ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤ੍ਰੇਤੇ ਯੁਗ ਮੈਂ ਤਿਸ ਕੇ ਆਸ਼ਰਮ ਪਹੁੰਚਿਓ। ਬਦਰੀ ਫਲ ਕੋ ਖਾਨ ਜਾਤ ਭੀਲਨੀ ਪੁਨ ਤ੍ਰੇਕੋ। ਤਨ ਮਹਾ ਸਵਾਤੇ ਮੈਂ ਸੁਖ ਠਾਨ। ਹਾਂਜੀ। ਜਾਤ ਭੀਲਨੀ ਪੁਨ ਤ੍ਰੇਕੋ। ਤਨ ਮਹਾ ਸਵਾਤੇ ਮੈਂ ਸੁਖ ਠਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਾਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਸੁੱਖਾਂ ਦੇ ਸਾਗਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਸੁਭਾਏਮਾਨ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸੰਗਤ ਜੀਓ। ਪੰਥ ਦੇ ਮਹਾਨ ਪਵਿੱਤਰ ਅਸਥਾਨ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਹਾਜ਼ਰੀਆਂ ਭਰਨ ਦਾ ਸੁਭਾਗ ਭਰਿਆ ਸਮਾਂ ਸਾਨੂੰ ਤੁਹਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ ਹੈ। ਧਰਨ ਗਗਨ ਨਵਖੰਡ ਮਹਿ ਜੋਤ ਸਵਰੂਪੀ ਰਹਿਓ ਭਰ। ਭੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਬੈਠ ਕੇ ਆਪ ਜੀ ਸਤਿਗੁਰਾਂ ਦੇ ਦਰਸ਼ਨ ਕਰ ਰਹੇ ਹੋ। ਗੁਰਮੁਖੋ, ਅੱਜ ਬਹੁਤ ਹੀ ਮਹਾਨ ਤਤ ਬੇਤੇ ਸਿੱਖੀ ਦੇ ਧਰੂ ਤਾਰੇ ਧੰਨ ਧੰਨ ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ। ਬਾਬਾ ਬੁੱਢਾ ਸਾਹਿਬ ਜੀ ਦਾ ਅੱਜ ਜਨਮ ਦਿਨ ਹੈ। ਸਾਰੀਆਂ ਸੰਗਤਾਂ ਗੁਰੂ ਘਰ ਦੇ ਵਿੱਚ ਬੜੀਆਂ ਹੀ ਖੁਸ਼ੀਆਂ ਮਨਾ ਰਹੀਆਂ ਹਨ। ਹੁਣੇ ਹੀ ਗੁਰੂ ਘਰ ਦੇ ਕੀਰਤਨੀ ਸਿੰਘਾਂ ਨੇ ਵੀ ਬਾਬਾ ਜੀ ਦੇ ਪਰਥਾਏ ਬ੍ਰਹਮ ਗਿਆਨੀਆਂ ਦੇ ਪਰਥਾਏ ਆਪ ਜੀ ਨੂੰ ਸ਼ਬਦ ਸਰਵਣ ਕਰਵਾਇਆ ਹੈ। ਕੁਝ ਸਮਾਂ ਬਾਬਾ ਬੁੱਢਾ ਸਾਹਿਬ ਜੀ ਦੇ ਉੱਤੇ ਵਿਚਾਰ ਕਰਾਂਗੇ। ਫਿਰ ਲੜੀਵਾਰ ਕਥਾ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੀ ਚੱਲ ਰਹੀ ਹੈ। ਗੁਰਦੇਵ ਜੀ ਦੀ ਪਾਵਨ ਪਵਿੱਤਰ ਕਥਾ ਵੀ ਆਪਾਂ ਸਰਵਣ ਕਰਨੀ ਹੈ। ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਦੀ ਮਹਿਮਾ ਗੁਰੂ ਘਰ ਵਿੱਚ ਗੁਰੂਆਂ ਦੇ ਬਰਾਬਰ ਹੈ। ਜਿੱਥੇ ਦਿਨ ਰਾਤ ਸ਼ਬਦ ਪੜ੍ਹਿਆ ਜਾਂਦਾ ਹੈ ਨਾ, ਧੰਨ ਧੰਨ ਰਾਮਦਾਸ ਗੁਰ, ਉੱਥੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਵੀ ਸਾਰੇ ਧੰਨ ਧੰਨ ਕਹਿੰਦੇ ਹਨ। ਇਹਨਾਂ ਦੋ ਗੁਰਸਿੱਖਾਂ ਦੀ ਪੂਜਾ ਗੁਰੂ ਘਰ ਵਿੱਚ ਬੜੇ ਵੱਡੇ ਪੱਧਰ ਦੇ ਉੱਤੇ ਹੈ। ਇੱਕ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਤੇ ਦੂਸਰਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ। ਬਾਬਾ ਬੁੱਢਾ ਸਾਹਿਬ ਜੀ ਦੇ ਅਸਥਾਨ ਹਨ। ਬਾਬਾ ਬੁੱਢਾ ਸਾਹਿਬ ਜੀ ਦੀ ਪੂਜਾ ਹੁੰਦੀ ਹੈ ਗੁਰਮੁਖੋ। ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਮਹਾਨ ਬੰਦਗੀ ਵਾਲੀ ਰੂਹ ਬਾਬਾ ਸੁੱਗਾ ਰੰਧਾਵਾ ਜੀ ਔਰ ਮਾਤਾ ਗੌਰਾਂ ਜੀ ਉਹਨਾਂ ਦੇ ਗ੍ਰਹਿ ਵਿਖੇ ਹੋਇਆ ਹੈ।
ਕੱਥੂ ਨੰਗਲ ਦੇ ਲਾਗੇ ਬਾਬਾ ਬੁੱਢਾ ਸਾਹਿਬ ਜੀ ਗੁਰਮੁਖੋ ਪਸ਼ੂ ਚਰਾ ਰਹੇ ਆ। ਮੇਰੇ ਸਮਰੱਥ ਗੁਰੂ ਧੰਨ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਬੁੱਢਾ ਸਾਹਿਬ ਜੀ ਨੂੰ ਅਪਣਾਉਣ ਵਾਸਤੇ ਕੱਥੂ ਨੰਗਲ ਵਾਲੇ ਪਾਸੇ ਜਾ ਰਹੇ ਆ। ਮਹਾਰਾਜ ਉੱਥੇ ਜਾ ਕੇ ਬੈਠ ਗਏ ਤੇ ਭਾਈ ਬਾਲਾ ਜੀ ਨੂੰ ਕਿਹਾ, ਬਾਲਿਆ ਉਹ ਜਿਹੜਾ ਬੱਚਾ ਉਹਨੂੰ ਸੱਦ ਸਾਡੇ ਕੋਲ। ਜਿਵੇਂ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ 'ਚ ਲਿਖਿਆ ਉਵੇਂ ਬੇਨਤੀ ਕਰਨ ਲੱਗਾ, ਉਸ ਬੱਚੇ ਨੂੰ ਸੱਦ। ਆ ਗਿਆ ਜੀ, ਬੱਚਾ ਆ ਗਿਆ। ਭਾਈ ਬਾਲਾ ਜੀ ਨੇ ਸੱਦਿਆ। ਮਹਾਰਾਜ ਨੇ ਦ੍ਰਿਸ਼ਟੀ ਪਾਈ ਤੇ ਕਹਿੰਦੇ ਜਾ। ਬੱਚੇ ਨੂੰ ਕਿਹਾ ਜਾ। ਬੱਚਾ ਕਹਿਣ ਲੱਗਾ, ਜੇ ਮੇਰੇ ਨਾਲ ਕੰਮ ਨਹੀਂ ਸੀ ਤੇ ਫਿਰ ਮੈਨੂੰ ਸੱਦਿਆ ਹੀ ਕਿਉਂ? ਮਹਾਰਾਜ ਕਹਿੰਦੇ ਤੂੰ ਜਾ, ਆਪਣਿਆਂ ਨੂੰ ਹੀ ਸੱਦੀਦਾ ਹੈ। ਬੱਚਾ ਚਲੇ ਗਿਆ। ਭਾਈ ਬਾਲਾ ਜੀ ਕਹਿੰਦੇ, ਮਹਾਰਾਜ ਬੱਚਾ ਸਹੀ ਕਹਿ ਰਿਹਾ ਸੀ, ਜੇ ਕੰਮ ਨਹੀਂ ਸੀ ਤੇ ਸੱਦਿਆ ਹੀ ਕਿਉਂ? ਮਹਾਰਾਜ ਕਹਿਣ ਲੱਗੇ, ਬਾਲਿਆ ਇਹ ਬੱਚਾ ਆਮ ਬੱਚਾ ਨਹੀਂ ਹੈਗਾ। ਇਹਦੀ ਪਿਛਲੇ ਜਨਮਾਂ ਦੀ ਬੰਦਗੀ ਬਹੁਤ ਜ਼ਿਆਦਾ। ਇਹਨੇ ਸਾਡੇ ਕੋਲ ਆਉਣਾ ਸੀ, ਸਾਡੀ ਦ੍ਰਿਸ਼ਟੀ ਇਹਦੇ ਉੱਤੇ ਪੈਣੀ ਹੈ, ਉਹ ਪੈ ਗਈ ਹੈ। ਕੱਲ ਵੀ ਇਹ ਬੱਚਾ ਵਾਪਸ ਆਏਗਾ, ਪਰ ਕੱਲ ਨੂੰ ਇਹ ਆਮ ਬੱਚਾ ਨਹੀਂ ਹੋਏਗਾ, ਇਹ ਬੱਚਾ ਬ੍ਰਹਮ ਗਿਆਨੀ ਬਣਿਆ ਹੋਏਗਾ। ਮਹਾਰਾਜ ਦੀ ਬਾਣੀ ਵਿੱਚ ਇੱਕ ਪੰਕਤੀ ਹੈ, ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗੜੈ, ਕੁੰਜੀ ਸਤਿਗੁਰ ਹੱਥ। ਗੁਰੂ ਤੋਂ ਬਗੈਰ ਪਿਛਲੀ ਕਮਾਈ ਜਿਹੜੀ ਹੈ ਉਹ ਵੀ ਪ੍ਰਗਟ ਨਹੀਂ ਚਾਹੀਦੀ। ਕਮਾਈ ਨੂੰ ਮਾਨੋ ਜੰਦਰਾ ਲੱਗਿਆ ਤੇ ਉਸ ਜੰਦਰੇ ਦੀ ਚਾਬੀ ਸਤਿਗੁਰਾਂ ਦੇ ਹੱਥ ਵਿੱਚ ਹੈ, ਜਿਹਨੂੰ ਚਾਹੁਣ ਖੋਲ ਦੇਣ। ਮਹਾਰਾਜ ਕਹਿਣ ਲੱਗੇ, ਬੱਚੇ ਨੇ ਕੱਲ ਵਾਪਸ ਜਦੋਂ ਸਾਡੇ ਕੋਲ ਆਉਣਾ, ਇਹਨੇ ਬ੍ਰਹਮ ਗਿਆਨੀ ਬਣੇ ਹੋਣਾ ਹੈ। ਇਹਨੇ ਸਾਨੂੰ ਵੇਖਣਾ ਸੀ, ਅਸੀਂ ਇਹਨੂੰ ਵੇਖਣਾ ਸੀ, ਇਹਦੇ ਤੇ ਕਿਰਪਾ ਹੋਣੀ ਸੀ। ਬਾਬਾ ਬੁੱਢਾ ਸਾਹਿਬ ਵਿਸ਼ੇਸ਼ ਕਿਉਂ ਨੇ? ਮੈਨੂੰ ਇੱਕ ਗੱਲ ਕਹਿਣ ਦਿਓ ਵੀ ਬਾਬਾ ਬੁੱਢਾ ਜੀ ਗੁਰੂ ਘਰ ਦੇ ਖਾਸ ਸਿੱਖ ਨੇ। ਬਾਬਾ ਬੁੱਢਾ ਜੀ ਦੀ ਖਾਸੀਅਤ ਕੀ ਹੈ? ਆਮ ਸਿੱਖ ਹੁੰਦੇ ਆ, ਆ ਕੇ ਸੇਵਾ ਕਰਦੇ, ਸਿਮਰਨ ਕਰਦੇ ਆ, ਕਮਾਈ ਕਰਦੇ ਆ, ਘਾਲ ਕਰਦੇ ਆ, ਫਿਰ ਜਾ ਕੇ ਗੁਰਮੁਖੋ ਉਹਨਾਂ ਉੱਤੇ ਕਿਰਪਾ ਹੁੰਦੀ ਹੈ। ਬਾਬਾ ਬੁੱਢਾ ਜੀ ਨੇ ਗੁਰੂ ਜੀ ਕੋ ਆਉਣਾ ਸੀ, ਗੁਰੂ ਸਾਹਿਬ ਨੇ ਬਾਬਾ ਜੀ ਤੇ ਵੇਖਣਾ ਸੀ, ਬਸ ਇੰਨੇ 'ਚ ਹੀ ਕਿਰਪਾ ਹੋਣੀ ਸੀਗੀ ਜੀ, ਇੰਨੇ 'ਚ ਹੀ ਕਿਰਪਾ ਹੋ ਗਈ ਜੀ। ਗੱਜ ਕੇ ਆਖੋ ਸਤਿਨਾਮ। ਹਾਂਜੀ, ਇੰਨੇ 'ਚ ਹੀ ਕਿਰਪਾ ਹੋਣੀ ਸੀ। ਤੁਸੀਂ ਅੰਦਾਜ਼ਾ ਲਾਓ। ਬਾਬਾ ਬੁੱਢਾ ਜੀ ਘਰ ਗਏ, ਦਿਨੇ ਕਾੜ, ਰਾਤ ਨੀਂਦ ਨਾ ਆਈ ਵੀ ਮੈਂ ਉਹਨਾਂ ਨੂੰ ਮਾੜਾ ਕਿਉਂ ਬੋਲਿਆ। ਦਿਨੇ ਕਾੜਨੀ ਚੋਂ ਦੁੱਧ ਕੱਢਿਆ, ਮਾਂ ਤੋਂ ਲਿਆ ਤੇ ਗੁਰਮੁਖੋ ਦੁੱਧ ਦਾ ਛੰਨਾ ਭਰਿਆ ਤੇ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਕੋਲ ਲੈ ਗਏ। 12 ਸਾਲਾਂ ਦੀ ਉਮਰ ਹੈ। ਬਾਬਾ ਜੀ ਦੁੱਧ ਛਕ ਲਓ। ਮਹਾਰਾਜ ਨੇ ਦੁੱਧ ਦਾ ਛੰਨਾ ਫੜਿਆ ਹੀ ਤੇ ਬਾਬਾ ਬੁੱਢਾ ਸਾਹਿਬ ਕਹਿੰਦੇ, ਸਾਈਂ ਜੀ ਰੱਬ ਦੇ ਘਰ ਦੀ ਗੱਲ ਸੁਣਾਓ, ਮੈਨੂੰ ਮਾਫ ਕਰਿਓ। ਰੱਬ ਦੇ ਘਰ ਦੀ ਗੱਲ ਸੁਣਨ ਲਈ ਬੰਦੇ ਰਾਜੀ ਨਹੀਂ ਹੈਗੇ। ਅੱਜ ਬੁੱਢੇ ਨੂੰ ਵੀ ਕਹੋ ਨਾ ਘੜੀ ਬਹਿ ਕੇ ਕਥਾ ਸੁਣ ਲਿਆ ਕਰ, ਓਏ ਬਾਪੂ ਸਮਾਂ ਬੜਾ ਥੋੜਾ ਹੀ। ਰੱਬ ਦੇ ਘਰ ਦੀ ਗੱਲ ਉਹ ਵੀ ਨਹੀਂ ਸੁਣਦਾ। ਬਾਬਾ ਜੀ ਕਹਿੰਦੇ ਦੁੱਧ ਪੀ ਕੇ ਰੱਬ ਦੇ ਘਰ ਦੀ ਗੱਲ ਸੁਣਾਓ। ਮਹਾਰਾਜ ਕਹਿੰਦੇ ਕੀ ਗੱਲ? ਕਹਿੰਦੇ ਮਹਾਰਾਜ ਮਾਂ ਪਿਓ ਦਾ ਕੱਲਾ ਕੱਲਾ ਪੋਤਾ, ਚੁੱਲ੍ਹੇ 'ਚ ਅੱਗ ਪਾਉਣ ਲੱਗਾ, ਵੱਡੀ ਲੱਕੜ ਨਾ ਸੜੇ। ਮਾਂ ਕਹਿੰਦੀ ਪਹਿਲਾਂ ਛੋਟੇ ਛੋਟੇ ਤੀਲੇ ਬਾਲ, ਤੀਲੇ ਬਲਣਗੇ ਫਿਰ ਵੱਡੀਆਂ ਲੱਕੜਾਂ ਬਲਣਗੀਆਂ।
ਮਹਾਰਾਜ ਮੇਰੀ ਵੀ ਤੇ ਉਮਰ ਛੋਟੀ ਜੀ ਹੈ। ਅੱਗ ਮੱਚ ਗਈ ਤੀਲਿਆਂ ਨਾਲ, ਫਿਰ ਨਹੀਂ ਅੱਗ ਨੇ ਪ੍ਰਵਾਹ ਕੀਤੀ, ਵੱਡਾ ਆਇਆ ਛੋਟਾ ਆਇਆ ਸਭ ਨੂੰ ਹੀ ਸਾੜ ਦਿੱਤਾ, ਕਿਤੇ ਮੌਤ ਪਹਿਲਾਂ ਮੈਨੂੰ ਹੀ ਨਾ ਆ ਜਾਏ। ਖੇਡ ਤੇ ਮਹਾਰਾਜ ਦੀ ਆਪਣੀ ਸੀ ਸਾਰੀ। ਮਹਾਰਾਜ ਨੇ ਕਿਹਾ, ਬਾਲਕ ਤੇਰਾ ਨਾਮ ਕੀ ਹੈ? ਮਹਾਰਾਜ ਮੇਰਾ ਨਾਮ ਬੂੜਾ। ਸਤਿਗੁਰੂ ਕਹਿੰਦੇ ਤੂੰ ਬੂੜਾ ਨਹੀਂ, ਤੂੰ ਸਾਡੇ ਘਰ ਦਾ ਬੁੱਢਾ ਹੈ। ਬੁੱਢਿਆਂ ਵਾਲੀਆਂ ਗੱਲਾਂ ਕਰਦਾ ਹੈ ਤੂੰ, ਬਾਬਾ ਬੁੱਢਾ ਹੈ। 12 ਸਾਲਾਂ ਦੀ ਉਮਰ ਤੇ ਬਾਬਾ ਬੁੱਢਾ ਜੀ ਨੂੰ ਬੁੱਢੇ ਹੋਣ ਦਾ ਖਿਤਾਬ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਦੇ ਦਿੱਤਾ ਜੀ। ਬਾਬਾ ਜੀ ਜਵਾਨ ਵੀ ਹੋਏ, 30 ਸਾਲਾਂ ਦੇ ਵੀ ਹੋਏ, 25 ਦੇ ਵੀ ਹੋਏ, 28 ਦੇ ਵੀ ਹੋਏ, 30 ਦੇ ਵੀ ਹੋਏ, ਪਰ ਬਾਬਾ ਬੁੱਢਾ ਜੀ ਨੂੰ ਬੂੜਾ ਤੇ ਕਹਿੰਦਾ ਹੀ ਕੋਈ ਨਹੀਂ ਸੀ, ਸਾਰੇ ਬਾਬਾ ਬੁੱਢਾ ਜੀ ਕਹਿੰਦੇ ਸਨ। ਧੰਨ ਬਾਬਾ ਬੁੱਢਾ ਜੀ ਦਾ ਅੱਜ ਜਨਮ ਦਿਨ 'ਚ ਗੁਰਮੁਖੋ। 12 ਸਾਲਾਂ ਦੀ ਉਮਰ ਵਿੱਚ ਬਾਬਾ ਜੀ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਆਏ। ਲਗਭਗ 125 ਸਾਲ ਕੁੱਲ ਉਮਰ ਹੈ। 113 ਸਾਲ ਆਪਣੇ ਸਰੀਰ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਨੂੰ ਕਮਾਇਆ। 113 ਸਾਲ ਸਿੱਖੀ ਕਮਾਈ ਬਾਬਾ ਬੁੱਢਾ ਸਾਹਿਬ ਜੀ ਨੇ। ਗੁਰੂ ਅੰਗਦ ਸਾਹਿਬ ਜੀ ਦਾ ਤੇ ਬਾਬਾ ਬੁੱਢਾ ਜੀ ਦਾ 2 ਸਾਲਾਂ ਦਾ ਫਰਕ ਸੀ ਉਮਰ ਦਾ। ਗੁਰੂ ਅੰਗਦ ਦੇਵ ਜੀ ਵੱਡੇ ਸਨ ਉਮਰ ਵਿੱਚ। ਬਾਬਾ ਬੁੱਢਾ ਸਾਹਿਬ ਨੂੰ ਮਾਣ ਹਾਸਲ ਹੋਇਆ ਜਦੋਂ ਗੁਰੂ ਅੰਗਦ ਦੇਵ ਜੀ ਨੇ ਗੁਰੂ ਬਣਨਾ, ਤੇ ਬਾਬਾ ਬੁੱਢਾ ਜੀ ਨੇ ਮੱਥੇ ਦੇ ਉੱਤੇ ਹੱਥ ਲਾ ਕੇ ਤਿਲਕ ਲਾਇਆ ਗੁਰਤਾ ਗੱਦੀ ਦਾ। ਜਦੋਂ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਬਣੇ, ਉਦੋਂ ਬਾਬਾ ਬੁੱਢਾ ਜੀ 46 ਕੁ ਸਾਲਾਂ ਦੇ ਸਨ। ਉਦੋਂ ਗੁਰਤਾ ਗੱਦੀ ਦਾ ਤਿਲਕ ਲਾਇਆ। ਫਿਰ ਗੁਰੂ ਰਾਮਦਾਸ ਜੀ ਵੇਲੇ ਵੀ, ਗੁਰੂ ਅਰਜਨ ਸਾਹਿਬ ਜੀ ਵੇਲੇ ਵੀ, ਗੁਰੂ ਹਰਗੋਬਿੰਦ ਸਾਹਿਬ ਵੇਲੇ ਵੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਗੁਰਤਾ ਗੱਦੀ ਤੇ ਬੈਠੇ ਨਾ, 6ਵੇਂ ਪਾਤਸ਼ਾਹ ਦੀ ਕਥਾ ਲੰਘੀ ਹੁਣੇ ਅਮਰੀਕਾ ਤੋਂ ਇੱਕ ਪਰਿਵਾਰ ਆਇਆ ਸੀ, ਕਹਿੰਦੇ ਅਸੀਂ ਬੜੀ ਰੀਝ ਨਾਲ ਗੁਰੂ ਹਰਗੋਬਿੰਦ ਸਾਹਿਬ ਦੀ ਕਥਾ ਸੁਣੀ, ਬੜੀ ਰੀਝ ਨਾਲ। ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਲਗਭਗ 10 ਕੁ ਸਾਲਾਂ ਦੇ ਸਨ, 10-11 ਸਾਲਾਂ ਦੇ, ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਤਾ ਗੱਦੀ ਦਾ ਤਿਲਕ ਲੱਗਾ ਜੀ। ਤੇ ਬਾਬਾ ਬੁੱਢਾ ਜੀ ਦੀ ਉਮਰ ਉਦੋਂ 1 ਸਦੀ ਸੀ ਗੁਰਮੁਖੋ, 1 ਸਦੀ, 100 ਸਾਲ। ਜਦੋਂ ਗੁਰਤਾ ਗੱਦੀ ਦਾ ਤਿਲਕ ਲਾਇਆ, 10 ਸਾਲਾਂ ਦਾ ਬਾਲਕ ਹੈ ਜਿਹਨੂੰ 100 ਸਾਲ ਦਾ ਬਜ਼ੁਰਗ ਮੱਥਾ ਟੇਕ ਰਿਹਾ। ਇਹ ਗੁਰੂ ਨਾਨਕ ਦੀ ਸਿੱਖੀ 'ਚ ਇਹ ਨਹੀਂ ਕਿਹਾ ਵੀ ਮੇਰੀ ਵੀ ਵਾਰੀ ਆਉਣੀ ਚਾਹੀਦੀ ਸੀ, ਮੈਂ ਵੀ ਗੁਰੂ ਬਣਾ, ਮੈਂ ਵੀ ਪੁਰਾਣਾ ਹੈਗਾ। ਇਹ ਤੇ ਬੰਦਾ 5 ਸਾਲ ਸੇਵਾ ਕਰ ਲੇ, ਗੱਦੀ ਦਾ ਦਾਵਾ ਰੱਖ ਲੈਂਦੇ ਡੇਰਿਆਂ 'ਚ। ਬਾਬਾ ਬੁੱਢਾ ਜੀ ਨੇ ਇੰਨਾ ਸਾਲ ਸੇਵਾ ਕੀਤੀ, ਕਿਤੇ ਦਾਵਾ ਨਹੀਂ ਕੀਤਾ ਵੀ ਮੈਂ ਗੁਰੂ ਬਣਦਾ। 98 ਸਾਲ ਉਦੋਂ ਉਮਰ ਸੀਗੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗ੍ਰੰਥੀ ਬਣੇ ਜੀ। ਫਿਰ ਗੁਰੂ ਹਰਗੋਬਿੰਦ ਸਾਹਿਬ ਦਾ ਤੇ ਨਾਮ ਹੀ ਬਾਬਾ ਬੁੱਢਾ ਜੀ ਨੇ ਰੱਖਿਆ, ਗੁਰੂ ਅਰਜਨ ਸਾਹਿਬ ਨੇ ਨਹੀਂ ਰੱਖਿਆ। ਮਹਾਰਾਜ ਕਹਿੰਦੇ ਸੀ ਬਾਲਕ ਦਾ ਨਾਮ ਤੁਸੀਂ ਰੱਖੋਗੇ ਬਾਬਾ ਬੁੱਢਾ ਜੀ। ਕਿਹਾ ਮਹਾਰਾਜ ਠੀਕ ਹੈ। 6ਵੇਂ ਪਾਤਸ਼ਾਹ ਦਾ ਮੱਥਾ ਬੜਾ ਚੌੜਾ ਸੀ। ਚੌੜਾ ਮੱਥਾ ਵੇਖ ਕੇ ਕਿਹਾ ਇਹ ਤੇ ਮੇਰਾ ਹਰਗੋਬਿੰਦ ਹੈ। ਮਹਾਰਾਜ ਦਾ ਨਾਮ ਰੱਖਿਆ। ਆ ਦੀਵਾਲੀ ਦੀ ਜਿਹੜੀ ਮਰਜ਼ਾਦਾ ਬੰਦੀ ਛੋੜ ਦਿਵਸ ਦੀ ਬਾਬਾ ਬੁੱਢਾ ਜੀ ਨੇ ਤੋਰੀ ਸਾਧ ਸੰਗਤ ਜੀ ਸਾਡੇ ਵਿੱਚ। ਬੰਦੀ ਛੋੜ ਦਿਵਸ ਦੀ ਪਹਿਲਾਂ ਤਾਂ ਮਹਾਰਾਜ ਨੂੰ ਲੈਣ ਗਏ, ਮਾਤਾ ਗੰਗਾ ਜੀ ਨੇ ਕਿਹਾ ਵੀ ਜਾਓ ਬਾਬਾ ਬੁੱਢਾ ਜੀ ਤੁਸੀਂ ਲੈ ਕੇ ਆਓ। ਇਥੋਂ ਬਾਬਾ ਜੀ ਤੁਰੇ ਤੇ ਜਦੋਂ ਨੂੰ ਗਵਾਲੀਅਰ ਪਹੁੰਚੇ, ਬਾਬਾ ਬੁੱਢਾ ਜੀ ਦਾ ਇੰਨਾ ਪ੍ਰਭਾਵ ਸੀ 32,000 ਸਿੱਖ ਨਾਲ ਇਕੱਠਾ ਹੋ ਗਿਆ ਸੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ
ਬੜੇ ਹੀ ਬਚਨ ਨੇ ਬਾਬਾ ਬੁੱਢਾ ਜੀ ਦੇ। ਜੇ ਮੈਂ ਬਾਬਾ ਬੁੱਢਾ ਜੀ ਦੀ ਆਪਾਂ ਕਥਾ ਛੇੜਦੀ ਤੇ ਫਿਰ ਘੰਟਾ ਇੱਧਰ ਹੀ ਲੱਗ ਜਾਣਾ, ਲੜੀਵਾਰ ਕਥਾ ਨਹੀਂ ਹੋਣੀ। ਧੰਨ ਧੰਨ ਸੋ ਗੁਰਸਿੱਖ ਕਹੀਐ, ਜੋ ਸਤਿਗੁਰ ਚਰਣੀ ਜਾਏ ਪਿਆ। ਧੰਨ ਹੈ ਉਹ ਗੁਰੂ ਕਾ ਸਿੱਖ, ਧੰਨ ਹੈ ਉਹ ਗੁਰੂ ਕਾ ਸਿੱਖ, ਜਿਹੜਾ ਗੁਰੂ ਦੇ ਚਰਨਾਂ 'ਚ ਜਾ ਕੇ ਪੈ ਗਿਆ। ਗੁਰਬਾਣੀ 'ਚ ਕਮਾਈ ਵਾਲੇ ਪੁਰਸ਼ਾਂ ਲਈ ਸਾਧ ਸ਼ਬਦ ਵਰਤਿਆ, ਸੰਤ ਸ਼ਬਦ ਵਰਤਿਆ, ਗੁਰਮੁਖ ਸ਼ਬਦ ਵਰਤਿਆ, ਗੁਰੂ ਰਾਮਦਾਸ ਜੀ ਨੇ ਵਰਤਿਆ। ਧੰਨ ਧੰਨ ਭਾਗ ਤਿਨਾ ਸੰਤ ਜਨਾ, ਜੋ ਹਰ ਨਾਮਾ ਹਰ ਮੁਖ ਕਹਤੇ ਆ। ਧੰਨ ਧੰਨ ਭਾਗ ਤਿਨਾ ਭਗਤ ਜਨਾ, ਧੰਨ ਧੰਨ ਭਾਗ ਤਿਨਾ ਗੁਰਮੁਖਾਂ, ਧੰਨ ਧੰਨ ਭਾਗ ਤਿਨਾ ਸਾਧ ਜਨਾ। ਪਰ ਮਹਾਰਾਜ ਗੁਰੂ ਰਾਮਦਾਸ ਸਾਹਿਬ ਕਹਿੰਦੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰ ਸਿੱਖ ਲੈ ਮਨ ਜਿਣਤਿਆ। ਜਿਨ੍ਹਾਂ ਸਤਿਗੁਰਾਂ ਦੀ ਸਿੱਖਿਆ ਲੈ ਕੇ ਆਪਣੇ ਮਨ ਨੂੰ ਜਿੱਤ ਲਿਆ ਜੀ। ਬਾਬਾ ਬੁੱਢਾ ਸਾਹਿਬ ਉਹ ਗੁਰੂ ਕੇ ਸਿੱਖ ਨੇ ਜਿਨ੍ਹਾਂ ਦੇ ਪੂਰਬਲੀ ਕਮਾਈ ਬੜੀ ਜ਼ਿਆਦੀ ਹੈ, ਇਸ ਮਨ ਨੂੰ ਜਿੱਤਿਆ ਸਾਧ ਸੰਗਤ ਜੀ। ਮਹਾਰਾਜ ਬੜਾ ਹੀ ਸਤਿਕਾਰ ਕਰਦੇ ਬਾਬਾ ਬੁੱਢਾ ਜੀ ਦਾ। ਗੋਇੰਦਵਾਲ ਸਾਹਿਬ ਬੌਲੀ ਰਚੀ ਬਾਬਾ ਬੁੱਢਾ ਜੀ ਤੋਂ ਸ਼ੁਰੂਆਤ। ਅੰਮ੍ਰਿਤ ਸਰੋਵਰ ਦੇ, ਜਿਸ ਸਰੋਵਰ 'ਚ ਤੁਸੀਂ ਇਸ਼ਨਾਨ ਕਰਦੇ ਹੋ, ਜਿਸ ਦਿਨ ਇਹਦਾ ਟੱਪ ਗੁਰੂ ਰਾਮਦਾਸ ਜੀ ਨੇ ਲਾਇਆ, ਅਰਦਾਸ ਬਾਬਾ ਬੁੱਢਾ ਜੀ ਨੇ ਕੀਤੀ ਸੀਗੀ। ਬਾਬਾ ਬੁੱਢਾ ਜੀ ਨੇ ਅਰਦਾਸ ਕੀਤੀ। ਦਰਬਾਰ ਸਾਹਿਬ ਤਰਨ ਤਾਰਨ ਇੰਨਾ ਵੱਡਾ ਸਰੋਵਰ ਹੈ, ਜਦੋਂ ਉਹਦੀ ਕਾਰ ਸੇਵਾ ਆਰੰਭ ਹੋਈ, ਅਰਦਾਸ ਬਾਬਾ ਬੁੱਢਾ ਜੀ ਨੇ ਕੀਤੀ ਸੀ। ਸਾਰੇ ਕਾਰਜ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਕੋਲੋਂ ਮਹਾਰਾਜ ਸਤਿਗੁਰੂ ਜੀ ਕਰਵਾਉਂਦੇ। ਇੱਕ ਸਮਾਂ ਇਹੋ ਜਿਹਾ ਵੀ ਆਇਆ, ਗੁਰੂ ਅਮਰਦਾਸ ਸਾਹਿਬ ਗੁਪਤ ਹੋ ਗਏ। ਸਿੱਖਾਂ ਨੂੰ ਲੱਭਣ ਦਾ ਸੰਗਤਾਂ ਦੇ ਮਨ ਵਿੱਚ ਆਇਆ, ਜੇ ਗੁਰੂ ਨਹੀਂ ਲੱਭ ਰਹੇ ਤੇ ਗੁਰੂ ਨੂੰ ਇੱਕੋ ਹੀ ਸਿੱਖ ਹੈ ਜਿਹੜਾ ਲੱਭ ਸਕਦਾ, ਉਹ ਬਾਬਾ ਬੁੱਢਾ ਸਾਹਿਬ ਆ। ਪਤਾ ਕਿਉਂ? ਕਿਉਂਕਿ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਬਚਨ ਕੀਤਾ ਸੀ, ਤੈਥੋਂ ਓਲੇ ਕਦੇ ਨਾ ਹੋਸਾਂ। ਆ ਹੁਣ ਲਾਈਵ ਚੱਲਦਾ ਨਾ, ਕਥਾ ਵੀ ਚਲੋ ਲਾਈਵ ਚੱਲ ਰਹੀ, ਕੁਝ ਸਕਿੰਟਾਂ ਦਾ ਫਰਕ ਹੈਗਾ, ਕੁਝ ਸਕਿੰਟਾਂ ਦਾ ਫਰਕ ਹੁੰਦਾ ਜੀ। ਕਿਉਂਕਿ ਇੱਥੋਂ ਦਿੱਲੀ ਜਾਏਗਾ, ਜਿੱਥੇ ਨੈਟਵਰਕ ਆ ਉੱਥੋਂ ਘੁੰਮ ਕੇ ਫਿਰ ਇੱਥੇ ਆਉਂਦਾ। ਕੁਝ ਸਕਿੰਟਾਂ ਦਾ ਫਰਕ ਭਾਵੇਂ 10 ਦਾ ਹੀ ਪਵੇ, ਪੂਰਾ ਲਾਈਵ ਕੁਝ ਵੀ ਨਹੀਂ ਹੁੰਦਾ ਸਾਧ ਸੰਗਤ ਜੀ। ਪਰ ਧੰਨ ਬਾਬਾ ਬੁੱਢਾ ਜੀ ਜਦੋਂ ਨੇਤਰ ਬੰਦ ਕਰਦੇ, ਚੌਂਕੜਾ ਮਾਰ ਕੇ ਬਾਬਾ ਬੁੱਢਾ ਜੀ ਬੈਠਦੇ, ਤੇ ਉਹਨਾਂ ਨੂੰ ਗੁਰੂ ਸਾਹਿਬ ਲਾਈਵ ਹੀ ਨਜ਼ਰ ਆਉਂਦੇ ਸੀਗੇ ਵੀ ਮਹਾਰਾਜ ਕਿੱਥੇ ਆ ਤੇ ਕੀ ਕਰ ਰਹੇ ਆ। ਕਿਉਂਕਿ ਮਹਾਰਾਜ ਓਲੇ ਨਹੀਂ ਨਾ ਹੈਗੇ ਬਾਬਾ ਬੁੱਢਾ ਜੀ ਤੋਂ। ਸੰਗਤਾਂ ਬਾਬਾ ਬੁੱਢਾ ਸਾਹਿਬ ਕੋਲ ਚਲੇ ਗਈਆਂ, ਗੁਰੂ ਅਮਰਦਾਸ ਜੀ ਦੇ ਦਰਸ਼ਨ ਨਹੀਂ ਹੋ ਰਹੇ। ਖਾਲੀ ਹੱਥ ਨਹੀਂ ਬਾਬਾ ਬੁੱਢਾ ਜੀ ਕੋਲ ਗਈਆਂ, ਬਾਬਾ ਬੁੱਢਾ ਜੀ ਕੋਲ ਕੜਾਹ ਪ੍ਰਸ਼ਾਦ ਲੈ ਕੇ ਗਈਆਂ। ਬਾਬਾ ਜੀ ਉੱਠ ਕੇ ਖਲੋ ਗਏ ਸੰਗਤ ਨੂੰ ਵੇਖ ਕੇ। ਸੰਗਤ ਕਹਿਣ ਲੱਗੀ, ਬਾਬਾ ਜੀ ਤੁਸੀਂ ਉਹ ਗੁਰੂ ਕੇ ਸਿੱਖ ਹੋ, ਜਦੋਂ ਆਪ ਜੀ ਆਉਂਦੇ ਹੋ, ਖੁਦ ਗੁਰੂ ਸਾਹਿਬ ਵੀ ਕਈ ਵਾਰੀ ਤੁਹਾਡੇ ਸਤਿਕਾਰ 'ਚ ਉੱਠਦੇ ਆ, ਤੇ ਮਹਾਰਾਜ ਬਾਬਾ ਜੀ ਤੁਸੀਂ ਸਾਡੇ ਆਉਣ ਤੇ ਕਿਉਂ ਉੱਠ ਰਹੇ ਹੋ? ਹੁਣ ਬਾਬਾ ਬੁੱਢਾ ਜੀ ਦਾ ਬਚਨ ਸੁਣਿਓ, ਤੁਸੀਂ ਵੀ ਗ੍ਰਸਤੀ ਹੋ, ਅਸੀਂ ਵੀ ਗ੍ਰਸਤੀ ਹਾਂ, ਗੱਲ ਧਿਆਨ ਨਾਲ ਸੁਣਿਓ। ਬਾਬਾ ਜੀ ਕਹਿਣ ਲੱਗੇ, ਗੁਰਸਿੱਖੋ, ਜਿਹਦੇ ਤੇ ਮੇਰਾ ਗੁਰੂ ਨਾਨਕ ਖੁਸ਼ ਹੁੰਦਾ, ਉਹਦੇ ਘਰ ਆਪਣਾ ਇੱਕ ਸਿੱਖ ਭੇਜ ਦਿੰਦਾ। ਜਿਹਦੇ ਤੇ ਗੁਰੂ ਨਾਨਕ ਸਾਹਿਬ ਹੋਰ ਖੁਸ਼ ਹੁੰਦੇ ਆ, ਉਹਦੇ ਘਰ 2 ਸਿੱਖ ਭੇਜਦੇ ਆ। ਉਹ ਮੇਰੇ ਗੁਰੂ ਨਾਨਕ ਸਾਹਿਬ ਹੋਰ ਖੁਸ਼ ਹੋਣ, 5 ਸਿੱਖ ਭੇਜਦੇ ਆ। ਪਰ ਜਿਹਦੇ ਤੇ ਬੇਅੰਤ ਖੁਸ਼ ਹੋਣ, ਸੰਗਤ ਦੇ ਰੂਪ ਵਿੱਚ ਉਹਦੇ ਘਰ ਆਪ ਹੀ ਆ ਜਾਂਦੇ ਆ। ਦੱਸੋ ਭਾਈ ਕੀ ਹੁਕਮ ਹੈ? ਬਾਬਾ ਜੀ, ਗੁਰੂ ਅਮਰਦਾਸ ਜੀ ਦੇ ਦਰਸ਼ਨ ਨਹੀਂ ਹੋ ਰਹੇ, ਪਤਾ ਨਹੀਂ ਮਹਾਰਾਜ ਕਿੱਥੇ ਗਏ ਆ। ਬਾਬਾ ਜੀ ਬਹਿ ਗਏ ਜੀ,
ਅੱਖਾਂ ਬੰਦ ਕੀਤੀਆਂ ਤੇ ਬਾਬਾ ਜੀ ਨੂੰ ਨਜ਼ਰ ਆ ਗਿਆ ਵੀ ਮਹਾਰਾਜ ਕਿੱਥੇ ਨੇ। ਲਾਈਵ ਚੱਲਦਾ ਨਾ ਪ੍ਰੋਗਰਾਮ ਬਾਬਾ ਬੁੱਢਾ ਜੀ ਦਾ ਤੇ ਗੁਰੂ ਸਾਹਿਬ ਦਾ, ਬਿਲਕੁਲ ਲਾਈਵ ਚੱਲਦਾ। ਪਰ ਬਾਬਾ ਬੁੱਢਾ ਜੀ ਨੇ ਵਡਿਆਈ ਨਹੀਂ ਲਈ ਗੁਰਮੁਖੋ। ਬਾਬਾ ਜੀ ਕਹਿਣ ਲੱਗੇ ਕੋਈ ਗੱਲ ਨਹੀਂ, ਆਪਾਂ ਗੋਇੰਦਵਾਲ ਸਾਹਿਬ ਚੱਲਦੇ। ਗੋਇੰਦਵਾਲ ਸਾਹਿਬ ਗਏ। ਸਤਿਗੁਰੂ ਜਿਸ ਘੋੜੀ ਉੱਤੇ ਬੈਠਦੇ ਸੀ ਨਾ, ਬਾਬਾ ਜੀ ਕਹਿਣ ਲੱਗੇ ਉਸ ਘੋੜੀ ਨੂੰ ਇਸ਼ਨਾਨ ਕਰਾਓ, ਫੁੱਲਾਂ ਨਾਲ ਸਜਾਓ। ਘੋੜੀ ਨੂੰ ਇਸ਼ਨਾਨ ਕਰਾਇਆ, ਫੁੱਲਾਂ ਨਾਲ ਸਜਾਇਆ। ਬਾਬਾ ਜੀ ਕਹਿੰਦੇ ਮੈਂ ਕੀ ਤੁਹਾਨੂੰ ਦੱਸਣਾ, ਗੁਰੂ ਕਿੱਥੇ ਆ? ਗੁਰੂ ਤਾਂ ਗੁਰੂ ਸਾਹਿਬ ਦੇ ਕੋਲ ਤਾਂ ਸਤਿਗੁਰਾਂ ਦੀ ਘੋੜੀ ਲੈ ਕੇ ਜਾਏਗੀ। ਲੈ ਗਈ ਜੀ ਫਿਰ ਘੋੜੀ ਉੱਥੇ। ਬਾਬਾ ਜੀ ਮਗਰ ਮਗਰ ਘੋੜੀ, ਅੱਗੇ ਅੱਗੇ ਸੰਗਤਾਂ ਬਾਬਾ ਜੀ ਦੇ ਮਗਰ ਮਗਰ। ਪਹੁੰਚ ਗਈਆਂ ਸੰਗਤਾਂ ਜਿੱਥੇ ਅੱਜ ਗੁਰਦੁਆਰਾ ਸੰਨ ਸਾਹਿਬ ਹੈ। ਗੁਰਮੁਖੋ ਜ਼ਰੂਰ ਜਾਇਆ ਕਰੋ, ਜਿਹੜੇ ਬਾਹਰੋਂ ਆਉਂਦੇ ਹੋ ਨਾ ਅੰਮ੍ਰਿਤਸਰ, ਸੰਨ ਸਾਹਿਬ ਜਾਇਆ ਕਰੋ। ਬਾਬਾ ਜੀ ਮਗਰ ਮਗਰ ਨੇ, ਘੋੜੀ ਅੱਗੇ ਅੱਗੇ ਆ ਤੇ ਉਹ ਸੰਨ ਚਬਾਰਾ ਸੀਗਾ, ਉਸ ਚਬਾਰੇ ਦੀ ਪਰਿਕਰਮਾ ਕਰੀ ਜਾਵੇ ਘੋੜੀ। ਬਾਬਾ ਜੀ ਨੂੰ ਤੇ ਪਤਾ ਹੀ ਸੀ। ਬਾਬਾ ਜੀ ਇਸ ਸੰਨ ਦੇ ਆਲੇ ਦੁਆਲੇ, ਵਾਹਿਗੁਰੂ ਇਸ ਕੋਠੇ ਦੇ ਆਲੇ ਦੁਆਲੇ ਘੋੜੀ ਕਿਉਂ ਪਰਿਕਰਮਾ ਕਰਦੀ? ਬਾਬਾ ਜੀ ਕਹਿੰਦੇ ਗੁਰੂ ਅਮਰਦਾਸ ਸਾਹਿਬ ਇਹਦੇ ਅੰਦਰ ਹੀ ਨੇ। ਜਦੋਂ ਦਰਵਾਜ਼ਾ ਖੋਲਣ ਲੱਗੇ ਤੇ ਦਰਵਾਜ਼ੇ ਦੇ ਉੱਤੇ ਸੱਚੀ ਸਰਕਾਰ ਗੁਰੂ ਅਮਰਦਾਸ ਜੀ ਨੇ ਆਪਣੇ ਹੱਥੀਂ ਲਿਖਿਆ ਸੀ, ਜਿਹੜਾ ਇਸ ਦਰਵਾਜ਼ੇ ਰਾਹੀਂ ਅੰਦਰ ਆਏਗਾ ਉਹ ਸਾਡਾ ਸਿੱਖ ਨਹੀਂ, ਅਸੀਂ ਉਹਦੇ ਗੁਰੂ ਨਹੀਂ। ਹੁਣ ਮਹਾਰਾਜ ਦਾ ਬਚਨ ਕੌਣ ਕੱਟੇ ਵੀ ਜੇ ਦਰਵਾਜ਼ੇ ਰਾਹੀਂ ਅੰਦਰ ਗਏ ਤੇ ਆਪਾਂ ਤਾਂ ਸਿੱਖੀ ਤੋਂ ਹੀ ਖਾਰਜ ਹੋ ਜਾਾਂਗੇ, ਪਰ ਦਰਸ਼ਨ ਵੀ ਕਰਨੇ ਆ। ਸੰਗਤ ਫਿਰ ਬਾਬਾ ਬੁੱਢਾ ਜੀ ਕੋ, ਬਾਬਾ ਜੀ ਹੁਣ ਤੁਸੀਂ ਰਾਹ ਕੱਢ ਸਕਦੇ ਹੋ, ਸਾਨੂੰ ਤੇ ਸਮਝ ਨਹੀਂ ਆਈ। ਵਾਹਿਗੁਰੂ। ਬਾਬਾ ਬੁੱਢਾ ਸਾਹਿਬ ਉੱਠੇ, ਉੱਠ ਕੇ ਪੜ੍ਹਿਆ। ਬੰਦਗੀ ਵਾਲੇ ਸਨ। ਪ੍ਰਭ ਕੈ ਸਿਮਰਨ ਸਭ ਕਿਛ ਸੁਝੈ, ਨਾਮ ਜਪਣ ਵਾਲਿਆਂ ਨੂੰ ਹਰ ਗੱਲ ਸੁਝਣ ਲੱਗ ਪੈਂਦੀ ਹੈ। ਬਾਬਾ ਜੀ ਨੇ ਸਾਧ ਸੰਗਤ ਜੀ ਫਿਰ ਪਿੱਛੋਂ, ਜ਼ਮੀਂਦਾਰ ਨੇ, ਭਾਰਾ ਕੰਮ ਕਰਨਾ ਵੀ ਆਉਂਦਾ ਬਾਬਾ ਜੀ ਨੂੰ, ਪਿੱਛੋਂ ਫਿਰ ਸੰਨ ਲਾਈ। ਸੰਨ ਲਾਈ, 4-5 ਇੱਟਾਂ ਕੱਢੀਆਂ ਤੇ ਬਾਬਾ ਜੀ ਸੰਨ ਲਾ ਕੇ ਨਾ ਆਪ ਅੰਦਰ ਗਏ ਤੇ ਗੁਰੂ ਅਮਰਦਾਸ ਜੀ ਨੇਤਰ ਬੰਦ ਕਰਕੇ ਬੈਠੇ ਜੀ। ਬਾਬਾ ਜੀ ਨੇ ਮੱਥਾ ਟੇਕਿਆ ਤੇ ਸਤਿਗੁਰਾਂ ਨੇ ਨੇਤਰ ਖੋਲੇ। ਮਹਾਰਾਜ ਦਾ ਮੁਖ ਸਾਹਮਣੇ ਨੂੰ ਸੀ, ਦਰਵਾਜ਼ੇ ਵੱਲ ਨੂੰ, ਤੇ ਬਾਬਾ ਜੀ ਮਗਰ ਸੰਨ ਲਾਈ ਸੀ। ਗੁਰੂ ਸਾਹਿਬ ਸਮਾਧੀ 'ਚ ਸਨ। ਜਦੋਂ ਬਾਬਾ ਜੀ ਪਿੱਛੋਂ ਘੁੰਮ ਕੇ ਸਾਹਮਣੇ ਆਏ, ਮੱਥਾ ਟੇਕਿਆ ਤੇ ਮਹਾਰਾਜ ਵੇਖ ਕੇ ਕਹਿਣ ਲੱਗੇ, ਬਾਬਾ ਜੀ ਤੁਸੀਂ ਬਾਹਰ ਬਚਨ ਨਹੀਂ ਪੜਿਆ? ਬਾਬਾ ਜੀ ਕਹਿੰਦੇ ਮਹਾਰਾਜ ਬਚਨ ਪੜਿਆ, ਦਰਵਾਜ਼ਾ ਨਾ ਖੜਕਾਇਆ ਨਾ ਖੋਲਿਆ, ਪਿੱਛੋਂ ਸੰਨ ਲਾ ਕੇ ਆਇਆ ਵਾ। ਮਹਾਰਾਜ ਖੁਸ਼ ਹੋ ਗਏ ਇਹ ਗੱਲ ਸੁਣ ਕੇ। ਕਹਿੰਦੇ ਵਾਹ ਬਾਬਾ ਬੁੱਢਾ ਜੀ, ਧੰਨ ਤੁਹਾਡੀ ਜੁਗਤੀ, ਖੋਲ ਦਿਓ ਦਰਵਾਜ਼ਾ। ਫਿਰ ਦਰਵਾਜ਼ਾ ਖੋਲ ਦਿੱਤਾ ਜੀ। ਜਦੋਂ ਦਰਵਾਜ਼ਾ ਖੋਲਿਆ ਤੇ ਬਾਬਾ ਜੀ ਦਰਵਾਜ਼ੇ 'ਚ ਖਲੋ ਕੇ ਸੰਗਤ ਨੂੰ ਇਸ਼ਾਰਾ ਕਰਦੇ ਵੀ ਆ ਜਾਓ। ਉੱਤੇ ਲਿਖਿਆ ਜੋ ਇਸ ਦਰਵਾਜ਼ੇ ਰਾਹੀਂ ਆਏਗਾ ਉਹ ਸਾਡਾ ਸਿੱਖ ਨਹੀਂ, ਅਸੀਂ ਉਹਦੇ ਗੁਰੂ ਨਹੀਂ। ਤੇ ਦਰਵਾਜ਼ੇ 'ਚ ਖਲੋਤੇ ਬਾਬਾ ਬੁੱਢਾ ਜੀ ਆਵਾਜ਼ ਮਾਰਦੇ, ਆ ਜਾਓ। ਸੰਗਤ ਨੂੰ ਭਰੋਸਾ ਹੈ ਜੇ ਬਾਬਾ ਬੁੱਢਾ ਜੀ ਨੇ ਆਵਾਜ਼ ਮਾਰੀ ਹੈ ਫਿਰ ਦਰਵਾਜ਼ੇ ਤੇ ਜੋ ਲਿਖਿਆ ਉਹ ਠੀਕ ਹੈ, ਪਰ ਹੁਣ ਆਪਾਂ ਅੰਦਰ ਜਾਵਾਂਗੇ। ਬਚਨ ਪਾਸੇ ਹੋ ਗਿਆ। ਅੰਦਰ ਆਏ ਮਹਾਰਾਜ, ਫਿਰ ਬਾਹਰ ਬੈਠੇ, ਦਰਸ਼ਨ ਦਿੱਤੇ ਸੰਗਤਾਂ ਨੂੰ ਤੇ ਮਹਾਰਾਜ ਬੜੇ ਖੁਸ਼ ਹੋਏ। 2 ਬਚਨ ਮਹਾਰਾਜ ਨੇ ਕੀਤੇ, ਉਹ ਸੁਣ ਲਓ, ਫਿਰ ਆਪਾਂ ਲੜੀਵਾਰ ਕਥਾ ਵੀ ਕਰਨੀ ਹੈ। ਮਹਾਰਾਜ ਕਹਿਣ ਲੱਗੇ, ਗੁਰਸਿੱਖੋ ਬਾਬਾ ਬੁੱਢਾ ਜੀ ਨੇ ਦੱਸ ਦਿੱਤਾ ਗੁਰੂ ਨੂੰ ਪ੍ਰਗਟ ਕਿਵੇਂ ਕਰਨਾ।
ਗੁਰੂ ਅੰਦਰ ਹੀ ਹੈ ਸਾਡੇ, ਵਾਹਿਗੁਰੂ ਅੰਦਰ ਹੈ ਸਾਧ ਸੰਗਤ ਜੀ, ਅੰਦਰ ਹੀ ਹੈ ਨਾ ਰੱਬ, ਬਾਹਰੋਂ ਤਾਂ ਨਹੀਂ ਆਉਣਾ ਰੱਬ ਨੇ ਸਰੀਰ 'ਚ, ਅੰਦਰ ਹੀ ਹੈ, ਪਰ ਇਹਨੂੰ ਪ੍ਰਗਟ ਕਰਨਾ ਹੁੰਦਾ। ਕਹਿੰਦੇ ਬਾਬਾ ਜੀ ਨੇ ਦੱਸਿਆ ਵੀ ਗੁਰੂ ਨੂੰ ਪ੍ਰਗਟ ਕਿਵੇਂ ਕਰਨਾ। ਕਿਵੇਂ ਕਰਨਾ ਜੀ? ਜੇ ਰੱਬ ਨੂੰ, ਗੁਰੂ ਨੂੰ ਅੰਦਰ ਪ੍ਰਗਟ ਕਰਨਾ ਹੈ ਨਾ, ਫਿਰ ਗੁਰੂ ਦੇ ਸ਼ਬਦ ਦੀ ਸੰਨ ਲਾਓ, ਨਾਮ ਜਪੋ ਰੱਜ ਕੇ। ਮਹਾਰਾਜ ਨੇ ਬਚਨ ਕੀਤਾ, ਫਿਰ ਬਾਬਾ ਬੁੱਢਾ ਜੀ ਦੀ ਵਡਿਆਈ, ਕਹਿੰਦੇ ਮਰਜ਼ਾਦਾ ਵਾਲੇ ਆ, ਇਹ ਗੁਰਸਿੱਖੀ ਕੋ ਬੋਹਿਥ ਭਾਰਾ, ਭਵਜਲ ਤੇ ਕਰਹਿ ਨਿਸਤਾਰਾ। ਧੰਨ ਬਾਬਾ ਬੁੱਢਾ ਸਾਹਿਬ ਜੀ। ਬਾਬਾ ਬੁੱਢਾ ਜੀ ਸਿੱਖੀ ਦੇ ਜਹਾਜ਼ ਨੇ। ਬਾਬਾ ਬੁੱਢਾ ਜੀ ਦੇ ਜਿਹੜਾ ਚਰਨਾਂ ਵਿੱਚ ਆਏਗਾ, ਬਾਬਾ ਜੀ ਉਹਨੂੰ ਭਵ ਸਾਗਰ ਤੋਂ ਤਾਰ ਦੇਣਗੇ। ਗੁਰੂ ਭਵ ਸਾਗਰ ਤੋਂ ਤਾਰਦਾ, ਗੁਰੂ ਦਾ ਸਿੱਖ ਵੀ ਤਾਰ ਦਿੰਦਾ ਜੀ। ਇਹ ਗੁਰਸਿੱਖੀ ਕੋ ਬੋਹਿਥ ਭਾਰਾ, ਭਵਜਲ ਤੇ ਕਰਹਿ ਨਿਸਤਾਰਾ। ਸਿੱਖੀ ਅਬਦ ਨਾ ਇਸ ਤੇ ਪਰੈ। ਬਾਬਾ ਬੁੱਢਾ ਜੀ ਸਿੱਖੀ ਦੇ ਹੱਦ ਹੈ। ਬਾਬਾ ਬੁੱਢਾ ਜੀ ਤੋਂ ਅੱਗੇ ਸਿੱਖੀ ਨਹੀਂ ਕਿਤੇ ਹੈਗੀ। ਜਿਵੇਂ ਪਾਣੀ ਦੀ ਹੱਦ ਸਮੁੰਦਰ ਹੈ ਨਾ, ਸਭ ਤੋਂ ਵੱਧ ਪਾਣੀ ਕਿੱਥੇ ਹੋਏਗਾ? ਸਮੁੰਦਰ 'ਚ ਹੋਏਗਾ। ਬਾਬਾ ਬੁੱਢਾ ਸਾਹਿਬ ਸਿੱਖੀ ਦੀ ਹੱਦ ਨੇ। ਬਾਬਾ ਬੁੱਢਾ ਸਾਹਿਬ ਤੋਂ ਵੱਧ ਸਿੱਖੀ ਕਿਤੇ ਨਹੀਂ। ਸਿੱਖੀ ਅਬਦ ਨਾ ਇਸ ਤੇ ਪਰੈ, ਨਾਮ ਲੈਤ ਗਨ ਬਿਗਨ ਸੋ ਹਰੈ। ਜਿਹੜਾ ਬਾਬਾ ਬੁੱਢਾ ਜੀ ਦਾ ਨਾਮ ਲਏਗਾ, ਉਹਦੀਆਂ ਵੱਡੇ ਵੱਡੇ ਬਿਗਨ ਦੂਰ ਹੋ ਜਾਣਗੇ। ਕਹਿ ਦਿਓ ਪਿਆਰਿਓ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਵੇਖ ਲਓ ਤੁਸੀਂ ਕਿੰਨੀ ਹੌਲੀ ਬਾਬਾ ਜੀ ਦਾ ਨਾਮ ਲੈਂਦੇ ਜੇ, ਤੇ ਬਾਬਾ ਜੀ ਨੇ ਕਹਿਣਾ ਵੀ ਮੇਰੇ ਵਾਰੀ ਕੀ ਹੁੰਦਾ ਇਹਨਾਂ ਨੂੰ। ਸਾਰੇ ਪਿਆਰ ਨਾਲ ਕਹੋ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। 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 ਜਿਹੜਾ ਬਾਬਾ ਜੀ ਦਾ ਨਾਮ ਲਏਗਾ, ਉਹਦੇ ਵਿਘਨ ਟਲ ਜਾਣਗੇ। ਬਾਬਾ ਬੁੱਢਾ ਸਾਹਿਬ ਏਡੇ ਵੱਡੇ, ਏਡੇ ਮਹਾਨ, ਇੰਨੇ ਪਿਆਰੇ ਗੁਰੂ ਦੇ ਸਿੱਖ ਨੇ। ਬਾਬਾ ਬੁੱਢਾ ਜੀ ਦੀ ਇਸ ਰਸਨਾ ਤੋਂ ਮਹਿਮਾ ਨਹੀਂ ਹੋ ਸਕਦੀ। ਕੋਈ ਵੀ ਸਿੱਖ ਗੁਰਮਖੋ ਪਿਆਰਿਓ, ਬਾਬਾ ਬੁੱਢਾ ਜੀ ਦੀ ਮੁਕੰਮਲ ਮਹਿਮਾ ਨਹੀਂ ਕਰ ਸਕਦਾ। ਸੋ ਬਾਬਾ ਜੀ ਦਾ ਅੱਜ ਜਨਮ ਦਿਨ ਹੈ। ਥੋੜਾ ਮੇਰਾ ਸੁਭਾਅ ਹੈ ਵੀ ਜਦੋਂ ਕਿਸੇ ਗੁਰਮੁਖ ਪਿਆਰੇ ਦਾ ਜਨਮ ਦਿਨ, ਖਾਸ ਕਰਕੇ ਸਿੱਖ ਦਾ ਹੋਵੇ, ਕਿਉਂਕਿ ਸ਼ਾਮ ਨੂੰ ਕਥਾ ਹੀ ਇਤਿਹਾਸ ਦੀ ਕਰਨੀ ਅਸੀਂ, ਤੇ ਉਸ ਸਿੱਖ ਦਾ ਇਤਿਹਾਸ ਜ਼ਰੂਰ ਦੱਸਿਆ ਜਾਵੇ। ਸਾਰਿਆਂ ਨੂੰ ਬਾਬਾ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ। ਜਨਮ ਮਰਨ ਦੋਹੂ ਮਹਿ ਨਾਹੀ, ਜਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਨ ਮਿਲਾਏ। ਬਾਬਾ ਜੀ ਉਹ ਗੁਰੂ ਕੇ ਸਿੱਖ ਨੇ ਆਪ ਤਰਿਆ। ਜਿਹੜਾ ਉਹਨਾਂ ਦੇ ਚਰਨਾਂ 'ਚ ਆਇਆ ਉਹ ਵੀ ਤਰਿਆ, ਜਿਹੜਾ ਉਹਨਾਂ ਦੇ ਕੁੱਲ ਪਰਿਵਾਰ 'ਚ ਜਨਮ ਲੈਂਦਾ ਉਹ ਵੀ ਤਰਦਾ ਜੀ। ਓਏ ਆਪ ਤਰੇ, ਸ੍ਰਿਸ਼ਟ ਸਭ ਤਾਰੀ, ਸਭ ਕੁੱਲ ਭੀ ਪਾਰ ਪਿਆ। ਉਹਨਾਂ ਦੀਆਂ ਕੁੱਲਾਂ ਵੀ ਤਰ ਜਾਂਦੀਆਂ ਨੇ। ਧੰਨ ਹਨ ਬਾਬਾ ਬੁੱਢਾ ਸਾਹਿਬ ਜੀ। ਧੰਨ ਹਨ ਬਾਬਾ ਬੁੱਢਾ ਸਾਹਿਬ ਜੀ। ਧੰਨ ਹਨ ਬਾਬਾ ਬੁੱਢਾ ਸਾਹਿਬ ਜੀ। ਹੁਣ ਗੁਰਮੁਖੋ ਲੜੀਵਾਰ ਕਥਾ ਸੁਣ ਲਈਏ ਆਪਾਂ। ਫੇਰ ਇੱਕ ਵਾਰੀ ਕਹਿ ਦਿਓ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਬਾਬਾ ਬੁੱਢਾ ਜੀ ਦਾ ਨਾਮ ਲਿਆ, ਸਿੱਖੀ ਮਿਲਦੀ ਗੁਰਮੁਖੋ, ਸਿੱਖੀ ਮਿਲਦੀ। ਮਹਾਰਾਜ ਜੀ ਮਿਹਰ ਕਰਨ, ਸੱਚੇ ਪਾਤਸ਼ਾਹ। ਗੁਰੂ ਹਰਿਰਾਏ ਸਾਹਿਬ ਜੀ ਨੇ ਬਜ਼ੁਰਗ ਮਾਤਾ ਮਾਈ ਤਾਬੋ ਦੇ ਹੱਥੋਂ ਪ੍ਰਸ਼ਾਦਾ ਛਕਿਆ। ਕੱਲ ਉਹ ਪ੍ਰਸੰਗ ਸੀ, ਕਥਾ ਸਾਰੀ ਸੁਣੀ ਹੈ।
ਮਹਾਰਾਜ ਨੇ ਫੇਰ ਤੁਰੰਗ ਨਿਕਟ ਤਿਸ ਗਮਨੇ ਅੰਤਰ ਜਾਮੀ ਕਰਿਓ ਉਚਾਰ ਹਮਕੋ ਛੁਦਾ ਭਈ ਦੇਹੋ ਮਾਈ ਤਿਆਰ ਆਹਾਰ ਜੋ ਤੈਂ ਕਰ ਧਾਰ। ਮਾਂ ਸਾਨੂੰ ਭੁੱਖ ਲੱਗੀ ਹੈ, ਕੁਝ ਛਕਾ ਦੇ। 2 ਦਿਨ ਦੀ ਭੁੱਖੀ ਮਾਈ, ਤੀਜਾ ਦਿਨ ਚੜ ਗਿਆ। ਸ਼ੁਕਰ ਕਰਦੀ ਨੇ ਮਹਾਰਾਜ ਨੂੰ ਪ੍ਰਸ਼ਾਦਾ ਛਕਾਇਆ। ਭੁੱਖੀ ਮਾਤਾ ਸੀ, ਪ੍ਰਸ਼ਾਦਾ ਸਤਿਗੁਰਾਂ ਨੇ ਛਕਿਆ ਤੇ ਰੱਜ ਮਾਤਾ ਗਈ ਸੀ। ਪਿਆਰ ਦੀਆਂ ਖੇਡਾਂ ਨੇ ਪਿਆਰਿਓ, ਪਿਆਰ ਦੀਆਂ ਖੇਡਾਂ ਨੇ। ਫਿਰ ਸੱਚੇ ਪਾਤਸ਼ਾਹ ਗਰੀਬ ਨਵਾਜ ਗੁਰੂ ਹਰਿਰਾਏ ਸਾਹਿਬ ਜੀ ਨੂੰ ਅਗਲੇ ਦਿਨ ਉੱਥੇ ਕੁ ਜਾ ਕੇ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਪ੍ਰਸ਼ਾਦਾ ਛਕ ਲਓ। ਸੁਨ ਸਤਿਗੁਰੂ ਹਰਿਰਾਏ ਬਖਾਨਿਓ ਬੇਮਰਜਾਦ ਆਹਾਰ ਤਿਆਰ ਚਲੇ ਜਾਤ ਹਮ ਘੋੜੇ ਉਪਰ ਕੌਣ ਸਮੋ ਤੁਮ ਕਰਿਓ ਵਿਚਾਰ। ਮਹਾਰਾਜ ਕਹਿੰਦੇ ਬੇਮਰਿਆਦਾ ਭੋਜਨ, ਅਸੀਂ ਘੋੜੇ ਤੇ ਤੁਰੇ ਜਾ ਰਹੇ ਹਾਂ, ਇਹ ਕਿਹੜੇ ਸਮੇਂ ਦਾ ਭੋਜਨ ਹੈ। ਗੁਰਸਿੱਖਾਂ ਬੇਨਤੀ ਕੀਤੀ, ਮਹਾਰਾਜ ਕੱਲ ਤਾਂ ਮਾਈ ਕੋਲੋਂ ਮੰਗ ਕੇ ਛਕ ਕੇ। ਫਿਰ ਮਹਾਰਾਜ ਨੇ ਮਾਤਾ ਦੀ ਕਥਾ ਦੱਸੀ। ਪਿਆਰਿਓ, ਮਾਤਾ ਨੂੰ ਭੁੱਖਿਆਂ ਨੂੰ ਤੀਜਾ ਦਿਨ ਸੀ, ਉਹਨੂੰ ਸਾਨੂੰ ਪ੍ਰਸ਼ਾਦਾ ਛਕਾਉਣ ਦੀ ਉਹਨੇ ਬੜੀ ਮਿਹਨਤ ਕੀਤੀ। ਇਸ ਕਰਕੇ ਮਹਾਰਾਜ ਕਹਿਣ ਲੱਗੇ ਅਸੀਂ ਉਹਦੇ ਕੋਲ ਮੰਗ ਕੇ ਪ੍ਰਸ਼ਾਦਾ ਛਕਿਆ, ਉਹਦੇ ਕੋਲ ਮੰਗ ਕੇ ਪ੍ਰਸ਼ਾਦਾ ਛਕਿਆ, ਕਿਉਂਕਿ ਉਹਦਾ ਪਿਆਰ ਵੱਡਾ, ਪਿਆਰ ਵੱਡਾ, ਪਿਆਰ ਵੱਡਾ। ਰੱਬ ਦੀ ਬੋਲੀ ਪਤਾ ਕਿਹੜੀ ਹੈ? ਗੁਰੂ ਨਾਨਕ ਸਾਹਿਬ ਲਿਖਦੇ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ। ਭਾਖਿਆ ਕਹਿੰਦੇ ਬੋਲੀ ਨੂੰ, ਰੱਬ ਦੀ ਬੋਲੀ ਆ ਪਿਆਰ। ਅੰਤਰ ਖਾਲੀ ਪ੍ਰੇਮ ਬਿਨ, ਪ੍ਰੇਮ ਤੋਂ ਬਗੈਰ ਅੰਦਰ ਖਾਲੀ ਜੇ ਗੁਰਮੁਖੋ। ਰੱਬ ਦੀ ਬੋਲੀ ਪਿਆਰ ਹੈ। ਪਿਆਰ ਨਾਲ ਕੋਈ ਵੀ ਬੁਲਾਵੇ, ਕੋਈ ਵੀ ਯਾਦ ਕਰੇ, ਮੇਰੇ ਸਤਿਗੁਰੂ ਉੱਥੇ ਪਹੁੰਚ ਜਾਂਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਸਾਨੂੰ ਪਿਆਰ ਨਾਲ ਪ੍ਰਸ਼ਾਦਾ ਛਕਾਉਣਾ ਚਾਹੁੰਦੀ ਹੈ। ਪ੍ਰੇਮ ਜਹਾਂ ਨੇਮ ਕੈਸੋ ਸੁੰਦਰ ਕਹਿਤ ਯਾ ਤੋ ਪ੍ਰੇਮ ਹੀ ਕੀ ਬਾਤ ਹੈ। ਜਿਸ ਥਾਂ ਤੇ ਤੁਸੀਂ ਬੈਠੇ ਹੋ, ਇੱਥੇ ਪਿਆਰ ਕਰਨ ਵਾਲਿਆਂ ਨੂੰ ਵਡਿਆਈਆਂ ਹਨ, ਜਿਹੜੇ ਗੁਰ ਪਰਮੇਸ਼ਰ ਨੂੰ ਪਿਆਰ ਕਰਦੇ ਹੈ। ਕੋਈ ਬੰਦਾ ਤੁਹਾਨੂੰ ਕਵੇ ਵੀ ਆਹ ਮਕਾਨ ਤੇਰਾ, ਆਪਾਂ ਮੰਨਾਂਗੇ? ਅਸੀਂ ਕਹਾਂਗੇ ਲਿਖ ਕੇ ਦੇ, ਸਰਕਾਰੀ ਕਾਗਜ਼ਾਂ ਤੇ ਲਿਖਿਆ ਜਾਏਗਾ, ਫੇਰ ਮੰਨਾਂਗੇ, ਕਿਉਂਕਿ ਜ਼ਮਾਨਾ ਲਿਖਤੀ ਦਾ। ਮਹਾਰਾਜ ਲਿਖ ਕੇ ਦੇ ਕੇ ਗਏ, ਗੁਰੂ ਗੋਬਿੰਦ ਸਿੰਘ ਜੀ ਮੂੰਹੋਂ ਨਹੀਂ ਕਹਿ ਕੇ ਗਏ, ਲਿਖ ਕੇ ਦੇ ਕੇ ਗਏ। ਸੱਚ ਕਹੋ ਸੁਨ ਲੇਖੋ ਸਭ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨੇ ਪ੍ਰੇਮ ਕੀਤਾ ਉਹਨੇ ਸਾਨੂੰ ਪਾ ਲਿਆ, ਰੱਬ ਨੂੰ ਪਾ ਲਿਆ। ਬਿਲਕੁਲ ਇਮਾਨਦਾਰੀ ਨਾਲ ਆਪਾਂ ਸੋਚਣਾ, ਵਿਚਾਰਨਾ, ਮਨਾ। ਪਿਆਰ ਪਹਿਲਾਂ ਵੱਧ ਸੀ, ਹੁਣ ਘੱਟ ਹੈ ਕਿ ਹੁਣ ਵੀ ਓਨਾ ਕਿ ਵੱਧ ਰਿਹਾ? ਮਹਾਰਾਜ ਦੇ ਸਥਾਨ ਤੇ ਬੈਠੇ ਚ ਆਓ ਸਾਰੇ ਰਲ ਕੇ ਅਰਦਾਸ ਕਰੀਏ, ਸੱਚੇ ਪਾਤਸ਼ਾਹ ਸਾਡੇ ਅੰਦਰ ਦਾ ਪਿਆਰ ਦਿਨੋਂ ਦਿਨ ਵਧੇ, ਘਟੇ ਨਾ। ਸੋ ਮਹਾਰਾਜ ਸਤਿਗੁਰੂ ਉਹਨਾਂ ਨੂੰ ਦੱਸ ਰਹੇ ਆ। ਮਹਾਰਾਜ ਕਹਿੰਦੇ ਵੀ ਪ੍ਰੇਮੀ ਦੀ ਲਾਜ ਰੱਖਣ ਵਾਸਤੇ ਅਸੀਂ ਸ਼ਰਮ ਨਹੀਂ ਕਰਦੇ। ਪ੍ਰੇਮੀ ਸਾਡੇ ਲਈ ਵੱਡਾ ਹੈ, ਪ੍ਰੇਮ ਸਾਡੇ ਲਈ ਵੱਡਾ ਹੈ। ਆਓ ਹੁਣ ਅੱਗੋਂ ਕਥਾ ਸੁਣੀਏ। ਪਿਆਰ ਨਾਲ ਗੱਜ ਕੇ ਆਖੋ ਸਤਿਨਾਮ। ਫੇਰ ਆਖੋ ਜੀ ਸਤਿਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਤ੍ਰੇਤੇ ਯੁਗ ਮੈਂ ਤਿਸ ਕੇ ਆਸ਼ਰਮ ਪਹੁੰਚਿਓ ਬਦਰੀ ਫਲ ਕੋ ਖਾਨ। ਮਹਾਰਾਜ ਕਹਿੰਦੇ ਜੁਗਾਂ ਜੁਗਾਂ ਦਾ ਹੀ ਸੁਭਾਅ ਹੈ ਸਾਡਾ। ਤ੍ਰੇਤਾ ਯੁੱਗ ਸੀ। ਮਹਾਰਾਜ ਕਹਿੰਦੇ ਭਿੱਲਣੀ ਬੜੇ ਚਿਰ ਤੋਂ ਉਡੀਕ ਰਹੀ ਸੀ। ਬਦਰੀ ਜਿਹੜਾ ਨਾਮ ਜਿਹਨੂੰ ਭਿੱਲਣੀ ਵੀ ਕਹਿੰਦੇ ਆ, ਤੇ ਬਦਰੀ ਵਾਹਿਗੁਰੂ ਬੇਰ ਨੂੰ ਕਹਿੰਦੇ।
ਬੇਰ ਝੂਠੇ ਕਰ ਕਰਕੇ ਰੱਖਦੀ ਸੀ ਰੋਜ਼ ਵੀ ਇਹ ਮਿੱਠਾ ਹੈ, ਇਹ ਰਾਮ ਜੀ ਛਕਣਗੇ। ਹਾਂਜੀ। ਜਾਤ ਭੀਲਨੀ ਪੁਨ ਤ੍ਰਿਆ ਕੋ ਤਨ, ਮਹਾ ਸਵਾਦ ਤੇ ਮੈਂ ਸੁਖ ਠਾਨ। ਮਹਾਰਾਜ ਕਹਿੰਦੇ ਇੱਕ ਤਾਂ ਭੀਲਣੀ ਸੀ, ਜਾਤ ਭੀਲਣੀ, ਉਤੋਂ ਇਸਤਰੀ ਜਾਮਾ, ਪਰ ਉਹਦਾ ਪ੍ਰੇਮ ਵੇਖ ਕੇ ਰਾਮਚੰਦਰ ਜੀ ਗਏ ਹੀ ਹੈ ਨਾ ਉੱਥੇ। ਕਹਿੰਦੇ ਉਹ ਵੀ ਗੁਰੂ ਨਾਨਕ ਸਾਹਿਬ ਦਾ ਰੂਪ ਹੀ ਨੇ, ਬਾਣੀ ਚ ਆਉਂਦਾ, ਕਿਉਂਕਿ ਉਹਨਾਂ ਚ ਵੀ ਪਰਮੇਸ਼ਰ ਦੀ ਜੋਤ ਹੈ, ਤੇ ਗੁਰੂ ਨਾਨਕ ਸਾਹਿਬ ਵੀ ਪਰਮੇਸ਼ਰ ਦੀ ਨਿਰੰਜਨੀ ਜੋਤ ਨੇ, ਗੁਰੂ ਹਰਿਰਾਏ ਸਾਹਿਬ ਵੀ ਤਾਂ ਉਹੀ ਜੋਤ ਹੈ। ਮਹਾਰਾਜ ਕਹਿੰਦੇ ਉੱਥੇ ਗਏ, ਭੇਲਣੀ ਨੇ ਝੂਠੇ ਬੇਰ ਕਰਕੇ ਖਵਾਏ, ਚੈੱਕ ਕਰਕੇ, ਪਿਆਰ ਹੈ ਨਾ, ਨਹੀਂ ਤੇ ਬੰਦਾ ਸੋਚਦਾ ਮੈਂ ਝੂਠ ਖਾਵਾਂ, ਪਿਆਰ ਹੈ। ਉਹ ਬੇਰ ਚੈੱਕ ਕਰਕੇ ਦਿੰਦੀ, ਮਿੱਠਾ ਹੈ, ਆ ਰਾਮ ਜੀ ਤੁਸੀਂ ਛਕੋ। ਦੂਜਾ ਭਰਾ ਨਹੀਂ ਛਕਦਾ ਲਛਮਣ, ਉਹ ਕਹਿੰਦਾ ਝੂਠੇ ਖਵਾਉਂਦਾ ਹੀ ਹੈ, ਰਾਮ ਜੀ ਛਕਦੇ, ਪਿਆਰ ਵੱਡਾ ਨਾ ਜੀ ਫਿਰ। ਹਾਂਜੀ। ਪ੍ਰੇਮੀ ਕੈ ਮਿਰਜਾਦ ਨਹੀਂ ਕੋ, ਕਰਨ ਅਕਰਨੋ ਨਹਿ ਪਹਿਚਾਨ। ਮਹਾਰਾਜ ਕਹਿੰਦੇ ਜਿੱਥੇ ਪ੍ਰੇਮ ਹੈ ਉੱਥੇ ਮਰਜ਼ਾਦਾ ਪਿੱਛੇ ਰਹਿ ਜਾਂਦੀ ਹੈ, ਉੱਥੇ ਕਰਨ ਅਕਰਨ, ਜੋ ਕਰਨਾ ਨਹੀਂ ਕਰਨਾ, ਉਹ ਪਾਸੇ ਰਹਿ ਜਾਂਦੀਆਂ ਗੱਲਾਂ, ਉੱਥੇ ਪ੍ਰੇਮ ਵੱਡਾ ਹੁੰਦਾ, ਪ੍ਰੇਮ। ਹਾਂਜੀ। ਵੇਦ ਰੀਤ ਅਰ ਲੌਕਿਕ ਤਜ ਕੈ, ਵਰਤੋ ਮੈਂ ਅਰ ਪ੍ਰੇਮੀ ਜਾਨ। ਮਹਾਰਾਜ ਕਹਿੰਦੇ ਸਾਡਾ ਸੁਭਾਅ ਹੈ, ਅਸੀਂ ਵੇਦ ਰੀਤ ਮਰਜ਼ਾਦਾ ਪਾਸੇ ਕਰਕੇ ਜਿੱਥੇ ਪ੍ਰੇਮ ਵੇਖੀਏ ਉੱਥੇ ਪ੍ਰੇਮ ਦਾ ਹੀ ਵਰਤਾਰਾ ਵਰਤਾਉਂਦੇ ਹਾਂ। ਪ੍ਰੀਤ ਪ੍ਰਤੀਤ ਮੋਹਿ ਕੋ ਪਿਆਰੀ, ਕਿਰਿਆ ਪ੍ਰੇਮ ਕੀ ਨਿਆਰੀ ਸਾਰ। ਮਹਾਰਾਜ ਕਹਿੰਦੇ ਪ੍ਰੀਤ ਤੇ ਪ੍ਰਤੀਤ ਦੋ ਚੀਜ਼ਾਂ, ਪ੍ਰੀਤ ਪਿਆਰ, ਪ੍ਰਤੀਤ ਭਰੋਸਾ, ਇਹੋ ਸਾਨੂੰ ਪਿਆਰੇ ਆ, ਮਹਾਰਾਜ ਕਹਿਣ ਲੱਗੇ। ਹਾਂਜੀ। ਪ੍ਰੇਮ ਸਵਾਦ ਤੇ ਪ੍ਰੀਤਮ ਤ੍ਰਿਪਤੈ, ਅਪਰ ਸਵਾਦ ਸਭ ਦੇਤ ਨਿਵਾਰ। ਮਹਾਰਾਜ ਕਹਿਣ ਲੱਗੇ ਜਿਹੜਾ ਪ੍ਰੇਮ ਦਾ ਸਵਾਦ ਹੈ ਉਹ ਸਭ ਤੋਂ ਉੱਤੇ ਹੈ, ਪ੍ਰੀਤਮ ਉਹਦੇ ਨਾਲ ਹੀ ਤ੍ਰਿਪਤ ਹੁੰਦਾ ਹੈ, ਬਾਕੀ ਗੱਲਾਂ ਬਾਕੀ ਸਵਾਦ ਪਿੱਛੇ ਰਹਿ ਜਾਂਦੇ ਹਨ। ਧੰਨਾ ਜਾਟ ਛਾਛ ਤਿਨ ਪਿਆਈ, ਨਾਮ ਦੇਵ ਕੋ ਦੂਧ ਸੁਧਾਰ। ਧੰਨਾ ਜਾਟ ਛਾਛ ਤਿਨ ਪਿਆਈ, ਕਹਿੰਦੇ ਧੰਨੇ ਨੇ ਲੱਸੀ ਨਹੀਂ ਪਿਆਈ, ਪ੍ਰਤੱਖ ਪਰਮੇਸ਼ਰ ਦੀ ਹੋਏ ਉਹਦਾ ਪਿਆਰ ਵੇਖ ਕੇ, ਤੇ ਨਾਮਦੇਵ ਜੀ ਦਾ ਦੁੱਧ ਪੀਤਾ। दूध पियो गोबिंदे राये, नहीं तां घर को बाप रिसाए। नामदेव जी दा दुध पीता जी, सोयन कटोरी अमृत भरी, लै नामे हर आगे धरी। दुर्योधन आदिक हंकारी, त्याग सभिन के बिदर अगार। दुर्योधन नूं माण सी भी मैं वड्डा। दुर्योधन दे घर कृष्ण जी नहीं गए, किदे घर गए? बिदर दे घर गए। राजन कौन तुम्हारे आवे? हाँ जी। प्रेम कहानी गुरु बखानी, सिखन मानी महिमा ताहे। महाराज ने सारियां प्रेम दियां वार्तावां, प्रेम दियां कहानियां दसियां ने। प्रेम वड्डा है। प्रेम कहानी गुरु बखानी, सिखां ने जानिया हाँ साडे च प्रेम दी कमी है। महाराज सच्चे पातशाह तां प्यार वाले नूं वड्डा मनदे है। हाँ जी। सुन सगरे पग पंकज बंद है, तुमरे चलत लखे नह जाहे। सुन के सारियां ने सतगुरां नूं मत्था टेकिया, तुसीं भी टेको। आखो धन गुरु हरराय साहब जी महाराज। सारे टेको भाई, धन श्री गुरु हरराय साहब जी। कहंदे महाराज आप जी दे चरित्र महाराज आप जी नूं ही बनाउंदे हन। तुहाडी महिमा महाराज आप जी नूं ही बनाउंदी है। खेल आपके अचरज दीरग, देखत सुनत सकल बिसमाहे। महाराज ये आप जी दियां खेडां ने, असीं तां वेख के सुन के हैरान ही हो जाने आ भी तुसीं प्यार नूं इन्ना उत्ते रखिया। 9 प्रकार दी भगती है, वड्डी भगती प्रेमा भगती है। साध संगत 5 तरह दी सिੱਖੀ आ, ਉਹਦੇ ਚੋਂ प्रेम दी सिੱਖੀ वड्डी है।
ਹਾਂਜੀ। ਸ਼੍ਰੀ ਨਾਨਕ ਤਜ ਉੱਤਮ ਜਾਤਿਨ, ਜਾਏ ਬਸੇ ਲਾਲੋ ਕਰ ਮਾਹੇ। ਫਿਰ ਸਿੱਖ ਗੱਲਾਂ ਕਰਦੇ, ਹਾਂ ਭਾਈ ਵੱਡੇ ਸਤਿਗੁਰੂ ਗੁਰੂ ਨਾਨਕ ਸਾਹਿਬ ਹੈ, ਬੜੇ ਬੜੇ ਬ੍ਰਾਹਮਣ, ਬੜੇ ਬੜੇ ਅਮੀਰ ਬੰਦੇ ਸਤਿਗੁਰਾਂ ਦੇ ਸਿੱਖ ਸਨ, ਪਰ ਮਹਾਰਾਜ ਭਾਈ ਲਾਲੋ ਦੇ ਘਰ ਗਏ ਨੇ। ਉਹਦੇ ਘਰ ਜਾ ਕੇ ਸੱਚੇ ਪਾਤਸ਼ਾਹ ਮਹਾਰਾਜ ਬੈਠੇ, ਉੱਥੋਂ ਪ੍ਰਸ਼ਾਦਾ ਛਕਿਆ ਸਤਿਗੁਰਾਂ ਨੇ। ਹਾਂਜੀ। ਸੁਨ ਸਤਿਗੁਰ ਤੇ ਸੰਗਤ ਸਗਰੀ, ਪਗੇ ਪ੍ਰੇਮ ਰਸ ਗੁਰ ਕੇ ਸੋਏ। ਸਾਰੀ ਸੰਗਤ ਸੁਣ ਕੇ ਮਹਾਰਾਜ ਦੇ ਪ੍ਰੇਮ ਦੇ ਰਸ ਵਿੱਚ ਮਗਨ ਹੋ ਗਈ। ਕੈਸਾ ਪ੍ਰੇਮ ਰਸ ਹੈ ਸੱਚੇ ਪਾਤਸ਼ਾਹ ਜੀ ਦਾ। ਹਾਂਜੀ। ਪ੍ਰੇਮ ਭਗਤ ਕਰ ਜੋਰਤ ਜਾਚਤ, ਕਿਰਪਾ ਕਰੋ ਸ਼ੁਭ ਮਗ ਦੇਹੋ ਜੋਏ। ਤੇ ਸਾਰੇ ਪ੍ਰੇਮਾ ਭਗਤੀ ਵਿੱਚ ਆ ਕੇ ਹੱਥ ਜੋੜ ਕੇ ਕਹਿੰਦੇ, ਮਹਾਰਾਜ ਕਿਰਪਾ ਕਰੋ, ਸਾਡੇ ਤੇ ਵੀ ਮਿਹਰ ਕਰੋ, ਸਾਨੂੰ ਵੀ ਪ੍ਰੇਮਾ ਭਗਤੀ ਪ੍ਰਾਪਤ ਹੋਏ। ਤੁਸੀਂ ਵੀ ਜੋੜ ਕੇ ਮੰਗੋ, ਮਹਾਰਾਜ ਸਾਨੂੰ ਵੀ ਪ੍ਰੇਮਾ ਭਗਤੀ ਮਿਲੇ, ਮਹਾਰਾਜ ਸਾਡੇ ਤੇ ਵੀ ਕਿਰਪਾ ਕਰੋ, ਸਾਨੂੰ ਵੀ ਸ਼ੁਭ ਰਸਤਾ ਦੱਸਿਓ। ਹਲਤ ਪਲਤ ਅਵਲੰਬ ਆਪ ਕੇ, ਰਛੋ ਸਦਾ ਸਹਾਇਕ ਹੋਏ। ਮਹਾਰਾਜ ਲੋਕ ਪਰਲੋਕ ਵਿੱਚ ਸਾਨੂੰ ਆਪ ਜੀਆਂ ਦਾ ਹੀ ਆਸਰਾ ਹੈ। ਸੱਚੇ ਪਾਤਸ਼ਾਹ ਆਪ ਜੀ ਸਾਡੀ ਰੱਖਿਆ ਕਰਦੇ ਹੋ। ਲਾਜ ਬਿਰਦ ਕੀ ਸਦਾ ਸੰਭਾਰੋ, ਸਿੱਖੇ ਨਾਮ ਭਾਖੈ ਸਭ ਕੋਏ। ਮਹਾਰਾਜ ਆਪ ਜੀ ਦਾ ਬਿਰਦ ਹੈ, ਤੁਸੀਂ ਗਰੀਬ ਨਵਾਜ ਹੋ। ਬਿਰਦ ਦੀ ਲਾਜ ਰੱਖਿਓ। ਅਰਦਾਸ ਕਰਦੇ ਸੀ ਪੁਰਾਣੇ ਸਿੱਖ, ਬਿਰਦ ਬਾਣੇ ਦੀ ਲਾਜ ਰੱਖਣਾ। ਬਿਰਦ ਦੀ ਲਾਜ ਰੱਖਿਓ, ਲੋਕ ਸਾਨੂੰ ਤੁਹਾਡਾ ਸਿੱਖ ਕਹਿੰਦੇ ਆ। ਅਰਦਾਸ ਕਰਨੀ ਚਾਹੀਦੀ, ਮਹਾਰਾਜ ਜੇ ਸਾਨੂੰ ਤੁਹਾਡਾ ਸਿੱਖ ਕਹਿੰਦੇ ਆ ਤੇ ਸਾਡੀ ਲਾਜ ਵੀ ਤੁਸੀਂ ਰੱਖਿਓ। ਹਰ ਜੀਓ ਨਾਮ ਪਰਿਓ ਰਾਮਦਾਸ, ਰਾਖੋ ਪੈਜ ਤੁਮਾਰੀ। ਹਾਂਜੀ। ਸੁਨ ਗੁਰ ਕਿਰਪਾ ਕਰੀ ਮਗ ਗਮਨੇ, ਗਏ ਅਖੀਰ ਮਹਾਬਨ ਮਾਹੇ। ਮਹਾਰਾਜ ਸੱਚੇ ਪਾਤਸ਼ਾਹ ਨੇ ਸੁਣ ਕੇ ਸਾਰੇ ਸਿੱਖਾਂ ਤੇ ਕਿਰਪਾ ਕੀਤੀ ਜੀ। ਅੱਗੋਂ ਮਹਾਰਾਜ ਸ਼ਿਕਾਰ ਖੇਡਣ ਦੀ ਜੰਗਲ ਵਿੱਚ ਚਲੇ ਗਏ। ਨਿਕਸਿਓ ਮ੍ਰਿਗ ਸੋ ਕ੍ਰਿਸ਼ਨ ਪੀਠ ਜਿਸ, ਸ੍ਰਿੰਗ ਵਿਸਾਲ ਬਦੇ ਸਿਰ ਜਾਹੇ। ਸਾਧ ਸੰਗਤ ਜੀ, ਇੱਕ ਹੀਰਾ ਮ੍ਰਿਗ ਇੱਕ ਨਿਕਲਿਆ। ਸੱਚੇ ਪਾਤਸ਼ਾਹ ਨੇ ਉਸ ਹਿਰਨ ਨੂੰ ਵੇਖ ਕੇ ਉਹਦੇ ਮਗਰ ਘੋੜਾ ਭਜਾਇਆ। ਅਪਰਨ ਕੋ ਤਜ ਤਿਸ ਕੇ ਪੀਛੇ, ਕਰਿਓ ਪਲਾਵਨ ਜਬ ਤੇ ਵਾਹੇ। ਐਨ ਬੜੀ ਤੇਜ਼ੀ ਦੇ ਨਾਲ ਮਹਾਰਾਜ ਦਾ ਘੋੜਾ ਜਾ ਰਿਹਾ, ਸਾਰੇ ਸਿੱਖ ਮਗਰ ਰਹਿ ਗਏ। ਉਸ ਹਿਰਨ ਦੇ ਮਗਰ ਸਤਿਗੁਰਾਂ ਨੇ ਘੋੜਾ ਪਾ ਲਿਆ। ਕੂਦਤ ਕਰਤ ਚੌਕਰੀ ਚੱਕਰਿਤ, ਸ਼੍ਰੀ ਹਰਿ ਰਾਏ ਰਹੇ ਹਰ ਖਾਹੇ। ਮਹਾਰਾਜ ਗਰੀਬ ਨਵਾਜ ਜੀ ਦਾ ਘੋੜਾ ਕੁੱਦਦਾ ਭੱਜਦਾ, ਸੱਚੇ ਪਾਤਸ਼ਾਹ ਬੜੇ ਪ੍ਰਸੰਨ ਹੋ ਰਹੇ ਹਨ। ਤੁਰੰਗ ਧਵਾਏ ਗਏ ਪਛਚਾਤੀ, ਅਧਿਕ ਦੂਰ ਲਗ ਲੀਨ ਹਰਾਏ। ਸਾਧ ਸੰਗਤ ਜੀ, ਫਿਰ ਘੋੜਾ ਐਸਾ ਭਜਾਇਆ, ਹਿਰਨ ਦੀ ਕੀ ਮਜਾਲ ਸੀ ਮਹਾਰਾਜ ਦੇ ਘੋੜੇ ਤੋਂ ਅੱਗੇ ਲੰਘਦਾ। ਉਸ ਹਿਰਨ ਦੇ ਲਾਗੇ ਪਹੁੰਚੇ। ਹੋਏ ਬਰੋਬਰ ਗਹਿ ਬਿਖਾਨਕ, ਰਾਖਿਓ ਤਿਸ ਹੀ ਥਲ ਅਟਕਾਏ। ਮਹਾਰਾਜ ਸਤਿਗੁਰੂ ਉਹਦੇ ਬਰਾਬਰ ਹੋ ਕੇ ਨਾ ਹਿਰਨ ਦੇ, ਉਸ ਹਿਰਨ ਨੂੰ ਫਿਰ ਰੋਕ ਲਿਆ, ਅਟਕਾ ਲਿਆ। ਜੋ ਮਰਜ਼ੀ ਹੈ, ਦੁਨੀਆ ਮਹਾਰਾਜ ਦੇ ਮਗਰ ਮਗਰ ਜਾ ਰਹੀ ਹੈ, ਮਹਾਰਾਜ ਉਸ ਹਿਰਨ ਦੇ ਮਗਰ ਜਾ ਰਹੇ ਆ। ਉਹਦੇ ਅੰਦਰ ਦੀ ਰੂਹ ਦਾ ਵੀ ਕੋਈ ਪੂਰਬਲਾ ਸੰਬੰਧ ਹੀ ਹੋਏਗਾ ਹਿਰਨ ਦੀ, ਜਿਹੜਾ ਸਤਿਗੁਰੂ ਉਹਦੇ ਮਗਰ ਚੇਚਾ ਜਾ ਰਹੇ ਆ। ਮਹਾਰਾਜ ਨੇ ਉਹਨੂੰ ਰੁਕਾ ਲਿਆ। ਆਏ ਸੇਵਕਨ ਰੱਜੂ ਪਾਈ, ਗ੍ਰਹਿ ਕੋ ਹਟੇ ਗੁਰੂ ਹਰਿ ਰਾਏ। ਸੇਵਕ ਆਏ, ਉਹਨਾਂ ਨੇ ਰੱਸੀ ਪਾ ਲਈ ਉਸ ਹਿਰਨ ਨੂੰ। ਮਹਾਰਾਜ ਸਤਿਗੁਰੂ ਫਿਰ ਆਪਣੇ ਘਰ ਆ ਗਏ। ਅਪਰ ਸਮੇਗੈ ਕੇ ਤਿਕ ਆਨੇ, ਬਨ ਪਸੁਗਨ ਮੈਂ ਦੀਏ ਮਿਲਾਏ। ਹੋਰ ਜਿਹੜੀ ਮੇਰੇ ਸਤਿਗੁਰਾਂ ਨੇ ਰੱਖ ਬਣਾਈ ਸੀ ਨਾ, ਉਸ ਰੱਖ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਉਸ ਹਿਰਨ ਨੂੰ ਰੱਖ ਲਿਆ ਹੈ। ਦੋਹਰਾ ਖਾਨ ਪਾਨ ਸਭ ਹੋਣ ਕੀ, ਨਿਤ ਸੁਧ ਸਾਤ ਗੁਰ ਲੇਤ। ਸਤਿਗੁਰਾਂ ਮਾਰਿਆ ਨਹੀਂ ਉਹਨੂੰ, ਮਾਰਿਆ ਨਹੀਂ, ਉਹਨੂੰ ਰੱਖਿਆ, ਉਹਦੀ ਖਾਣ ਪੀਣ ਦੀ ਸੁੱਧ ਲਈ ਹੈ।
ਉਹਦੀਆਂ ਆਦਤਾਂ ਵੇਖੀਆਂ ਹਨ। ਕਿਤਿਕ ਕਾਲ ਦੇਖੇ ਤਿਨਹੇ ਬਿਕਸੇ ਕਿਰਪਾ ਨਕੇਤ। ਕੁਝ ਸਮਾਂ ਮਹਾਰਾਜ ਸਤਿਗੁਰੂ ਉਸ ਹਿਰਣ ਨੂੰ ਵੇਖਦੇ ਰਹੇ ਆ ਤੇ ਕਿਰਪਾ ਦੇ ਖਜ਼ਾਨੇ ਗੁਰੂ ਹਰਿ ਰਾਏ ਸਾਹਿਬ ਜੀ ਮਾਨੋ ਉਸ ਹਿਰਣ ਦੇ ਉੱਤੇ ਵੀ ਦ੍ਰਿਸ਼ਟੀ ਪਾ ਕੇ ਉਹਦੇ ਉੱਤੇ ਸਤਿਗੁਰੂ ਮਿਹਰਾਂ ਹੀ ਕਰ ਰਹੇ ਹਨ। ਇੱਥੋਂ ਫਿਰ ਅੱਗੋਂ ਸਾਧ ਸੰਗਤ ਜੀ ਨਵਾਂ ਪ੍ਰਸੰਗ ਸ਼ੁਰੂ ਹੋਏਗਾ। ਕੱਲ ਨੂੰ ਆਪਾਂ ਉਸ ਨਵੇਂ ਪ੍ਰਸੰਗ ਦੀ ਵਿਚਾਰ ਕਰਾਂਗੇ। ਅਜਗਰ ਨੂੰ ਮੁਕਤ ਕੀਤਾ ਮੇਰੇ ਸਤਿਗੁਰਾਂ ਨੇ। ਅਜਗਰ ਨੂੰ ਮੁਕਤ ਕਰਨ ਵਾਲਾ ਪ੍ਰਸੰਗ ਕੱਲ ਨੂੰ ਸਰਵਣ ਕਰਾਂਗੇ। ਅੱਜ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਆਪਾਂ ਬਹੁਤੀ ਮਹਿਮਾ ਸਿਫਤ ਵਡਿਆਈ ਕੀਤੀ ਹੈ। ਸੋ ਗੁਰਮੁਖੋ, ਬਾਬਾ ਬੁੱਢਾ ਸਾਹਿਬ ਜੀ ਦੀਆਂ ਜਨਮ ਦਿਨ ਦੀਆਂ ਜਿੱਥੇ ਤੁਹਾਨੂੰ ਵਧਾਈਆਂ ਨੇ, ਉੱਥੇ ਬਾਬਾ ਬੁੱਢਾ ਜੀ ਕੋਲੋਂ ਅਰਦਾਸ ਵੀ ਕਰਨੀ ਹੈ। ਬਾਬਾ ਜੀ, ਜਿਵੇਂ ਤੁਸੀਂ ਸਿੱਖੀ ਕਮਾਈ ਹੈ ਉਵੇਂ ਅਸੀਂ ਵੀ ਕਮਾਈਏ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਪਾਲਕੀ ਦਿੱਤੀ ਸੀ ਬਾਬਾ ਬੁੱਢਾ ਜੀ ਨੂੰ। ਬੀੜ ਸਾਹਿਬ ਤੋਂ ਬਾਬਾ ਜੀ ਪਾਲਕੀ ਵਿੱਚ ਬਹਿ ਕੇ ਆਉਂਦੇ ਹੁੰਦੇ ਸਨ। ਸਿੱਖ ਮੋਢਾ ਲਾਉਂਦੇ ਸਨ।